पीटीसी न्यूज़ का खास धार्मिक नजराना सिख सरगर्मियां लैके हाजिर हाँ। मैं मनिंदर सिंह मोंगा। सिख कौम का एक विलखण इतिहास है, अमीर विरसा है ਅਤੇ ਸ਼ਹੀਦੀਆਂ ਨਾਲ ਲਿਬਰੇਜ ਗਾਥਾ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਘਰ ਘਰ ਤੱਕ ਪਹੁੰਚਾਉਣਾ ਹੀ ਸਾਡੀ ਸਭ ਦੀ ਮੁੱਢਲੀ ਕੋਸ਼ਿਸ਼ ਹੈ। ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਤੇ ਇਸ ਤੋਂ ਇਲਾਵਾ ਗੁਰ ਇਤਿਹਾਸ ਅਤੇ ਇਤਿਹਾਸਿਕ ਦਿਹਾੜਿਆਂ ਦੀ ਮਹੱਤਤਾ ਤੁਹਾਡੇ ਤੱਕ ਪਹੁੰਚਾਉਣ ਦੀ ਭਰਪੂਰ ਕੋਸ਼ਿਸ਼ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ। ਗੁਰੂ ਪੰਥ ਦੇ ਪ੍ਰਚਾਰ ਨੂੰ ਸਮਰਪਿਤ ਔਰੰਗਾਬਾਦ ਦੇ ਸਰਬਜੀਤ ਸਿੰਘ ਨੇ ਗੁਰਮੁਖੀ ਭਾਸ਼ਾ ਪ੍ਰਤੀ ਬੱਚਿਆਂ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਦੇ ਨਾਲ ਆਧੁਨਿਕ ਢੰਗ ਨਾਲ ਗੁਰਮੁਖੀ ਭਾਸ਼ਾ ਦੀ ਪੱਟੀ ਤਿਆਰ ਕੀਤੀ ਹੈ, ਜਿਸ ਵਿੱਚ ਗੁਰਮੁਖੀ ਦੇ ਅੱਖਰ ਦੇ ਪਛਾਣ ਦੇ ਲਈ ਉਸ ਦਾ ਉਚਾਰਨ ਗੁਰਮੁਖੀ ਭਾਸ਼ਾ ਦੇ ਨਾਲ ਅੰਗਰੇਜ਼ੀ ਵਿੱਚ ਵੀ ਤਿਆਰ ਕੀਤਾ ਹੈ, ਜਿਸ ਨਾਲ ਅੱਜ ਦੀ ਪੀੜ੍ਹੀ ਦੇ ਲਈ ਗੁਰਮੁਖੀ ਭਾਸ਼ਾ ਸਿੱਖਣੀ ਸੁਖਾਲੀ ਹੋ ਗਈ ਹੈ। गुरु पंथ के प्रचार ਨੂੰ समर्पित औरंगाबाद के नौजवान सरदार सरबजीत सिंह ने बीते दिनी गुरमुखी भाषा प्रति बच्चों ਅਤੇ नौजवानों ਵਿੱਚ जागरूकता पैदा ਕਰਨ ਲਈ ਨਿਵੇਕਲਾ ਉਪਰਾਲਾ ਕਰਦਿਆਂ प्रोजेक्ट ਊੜਾ तहत गुरमुखी ਦੀ पट्टी आधुनिक ढंग ਨਾਲ ਤਿਆਰ ਕੀਤੀ, जिस ਵਿੱਚ गुरमुख ਦੇ ਅੱਖਰ ਦੀ ਪਛਾਣ ਲਈ ਉਸ ਦਾ ਉਚਾਰਨ गुरमुखी समेत अंग्रेजी भाषा विच भी किया गया, जिस नाल अज दी पीढ़ी लई गुरमुखी सीखना बहुत सौखा किया गया है। सरदार सरबजीत सिंह दा मनना है कि ऊड़ा ते जूड़ा हर सिख परिवार विच होना जरूरी है। श्री गुरु ग्रंथ साहिब जी दी बाणी विच दर्ज अध्यात्मिक खजाने दा असी तां ही लाभ लै सकते हां जे असी गुरु साहिब दी भाषा नाल जुड़ सकीए। इस मकसद नाल इस उपराले दी शुरुआत औरंगाबाद महाराष्ट्र विच एक गुरमत समागम दौरान फ्री गुरमुखी दी पट्टी ਬੱਚਿਆਂ ਅਤੇ ਗੁਰਮੁਖੀ ਸਿੱਖਣ ਦੇ ਚਾਹਵਾਨਾਂ ਵਿੱਚ ਵੰਡਣ ਦੀ ਸ਼ੁਰੂਆਤ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਹਰਜਿੰਦਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਕਰਵਾਈ ਗਈ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣੀ ਖੁਸ਼ੀ ਪ੍ਰਗਟਾਈ ਅਤੇ ਨੌਜਵਾਨਾਂ ਨੂੰ ਗੁਰਮੁਖੀ ਨਾਲ ਜੁੜਨ ਲਈ ਵੀ ਪ੍ਰੇਰਿਆ। ਕਿਸੇ ਵੀ ਕੌਮ ਦੀ ਸਦੀਵ ਕਾਲਤਾ ਲਈ उस दी बोली दा और उस दी लिपि दा जीवंत होना अत जरूरी है। सतगुरु साहबान जी ने कृपा की, उन्होंने गुरमुखी लिपि दे अंदर परमेश्वर दे रब्बी ज्ञान नूं दर्ज किया, जिस लिए असीं पंजाबी भाषा शब्द वरतने गुरमुखी लिपि है। और अज आधुनिक विद्या के जमाने विच काफ़ी जिहड़े असीं लोग अंग्रेजी स्पैनिश इटालीयन आदि होर भाषावां का ज्ञान लै रहे हैं, उत्थे साडे परिवारां च पंजाबी और गुरमुखी लिपि का दिन ब दिन जिहड़ी है इस दी अणहोंद हो रही है। उस वास्ते सानूं जरूरी है जे गुरु ग्रंथ साहिब जी की बाणी का पाठ शुद्ध करना है, उस वास्ते पंजाबी आउणी और खास गुरमुखी लिपि का ज्ञान होना अत जरूरी है। गुरमुखी दे ये अखर जिहड़े ने इन्हां नूं फट्टी की शक्ल विच फट्टी दे उपर इन्हां ने लिखिया है, थले थले नाल अंग्रेजी विच भी लिखिया है कि इस अखर का की उचारण करना है। मैनूं आस है कि भाई सरबजीत सिंह जी का यह उपराला खास करके शहरों में रहने वाले और विदेश में बैठे हुए सिखां दे बच्चों लई बहुत ही कारगर साबित होवेगा। गुरु ग्रंथ साहिब इन्हां नूं दिन दुगनी रात चौगुनी तरक्की बख्शण। ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਇਸ ਉਪਰਾਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਗੁਰਮੁਖੀ ਦੀ ਵਿਸ਼ੇਸ਼ਤਾ ਅਤੇ ਇਸ ਭਾਸ਼ਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਊੜੇ ਤੋਂ ਲੈ ਕੇ ਫੱਫੇ ਪੈਰ ਬਿੰਦੀ ਗਿਣਤੀ ਵਿੱਚ ਇਹਨਾਂ ਦੇ 35 ਇਹ ਅੱਖਰ ਹਨ, ਜਿਹੜੇ ਕਿ ਸਿੱਖ ਦੀ ਜ਼ਿੰਦਗੀ ਵਿੱਚ ਪੰਜਾਬੀ ਦੀ ਜ਼ਿੰਦਗੀ ਵਿੱਚ ਬੜੀ ਮਹੱਤਤਾ ਰੱਖਦੇ ਹਨ। वीर सरबजीत सिंह होरां ने ये बहुत वधिया उपराला किया। अज सानू जरूरत है इन्हां अखरां की पहचान की, असीं दिनों दिन भुलते जाते हाँ। भाषा सानू हर तरह की आनी चाहिए है, सानू वध तों विद्या हासिल करनी चाहिए वध तों वध, पर अपनी माँ बोली अपनी गुरु बोली नूं भुला के नहीं। माँ नाल सांझ पाउणी, माँ की भाषा आनी जरूरी है।
ਗੁਰੂ ਨਾਲ ਸਾਂਝ ਪਾਉਣੀ, ਗੁਰੂ ਦੀ ਭਾਸ਼ਾ ਆਉਣੀ ਜ਼ਰੂਰੀ ਹੈ। ਗੁਰਮੁਖੀ ਗੁਰੂ ਨਾਲ ਸਾਂਝ ਪਾਉਂਦੀ ਹੈ, ਪੰਜਾਬੀ ਮਾਂ ਬੋਲੀ ਸਾਡੀ ਮਾਂ ਨਾਲ ਸਾਂਝ ਪਾਉਂਦੀ ਹੈ। ਸੋ ਇਸ ਕਰਕੇ ਦੇਸ਼ ਵਿੱਚ ਵਿਦੇਸ਼ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਸ ਨੂੰ ਬੇਨਤੀ ਹੈ ਕਿ ਇਹ ਜੋ ਯਤਨ ਹੈ ਇਸ ਨੂੰ ਸਫਲ ਕਰਨ ਵਾਸਤੇ ਅਸੀਂ ਇਹਨਾਂ ਦਾ ਸਹਿਯੋਗ ਵੀ ਦਈਏ, ਘਰਾਂ ਦੇ ਵਿੱਚ ਪੰਜਾਬੀ ਬੋਲੀਏ, ਆਪਸ ਵਿੱਚ ਬਾਹਰ ਵਿੱਚ ਜਿੱਥੇ ਵੀ ਦੋ ਪੰਜਾਬੀ ਮਿਲਦੇ ਆਪਸ ਵਿੱਚ ਪੰਜਾਬੀ ਬੋਲੋ ਔਰ ਵੱਧ ਤੋਂ ਵੱਧ ਪ੍ਰਚਾਰਕ ਬਣ ਕੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰੋ। ਇਤਿਹਾਸ ਪੰਜਾਬੀ 'ਚ ਸਾਡਾ ਗੁਰਬਾਣੀ ਇਹਨਾਂ ਅੱਖਰਾਂ ਦੇ ਵਿੱਚ ਹੈ। ਸੋ ਇਸ ਕਰਕੇ ਸਾਨੂੰ ਆਪਣੇ ਇਤਿਹਾਸ ਨਾਲ ਜੁੜਨ ਵਾਸਤੇ, ਆਪਣੇ ਵਿਰਸੇ ਨਾਲ ਜੁੜਨ ਵਾਸਤੇ, ਆਪਣੇ ਸੱਭਿਅਤਾ ਨਾਲ ਜੁੜਨ ਵਾਸਤੇ ਇਹਨਾਂ ਅੱਖਰਾਂ ਦੀ ਪਹਿਚਾਣ ਦੀ ਜ਼ਰੂਰਤ ਹੈ ਜੀ। ਸਰਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦਿਲੋਂ ਇੱਛਾ ਹੈ ਕਿ ਹਰ ਗੁਰਸਿੱਖ ਨੂੰ ਗੁਰਮੁਖੀ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਗੁਰੂ ਸਾਹਿਬ ਦੀ ਬਖਸ਼ੀ ਇਸ ਮਿੱਠੀ ਭਾਸ਼ਾ ਨੂੰ ਹਰ ਕੋਈ ਜ਼ਰੂਰ ਸਿੱਖੇ। ਊੜਾ ਪ੍ਰੋਜੈਕਟ ਜਿਹੜਾ ਹੈ ਇਹ ਗੁਰਮੁਖੀ ਭਾਸ਼ਾ ਜਿਹੜੀ ਕਿ ਲੁਪਤ ਹੋ ਰਹੀ ਹੈ, ਆਪਣੀ ਨਈ ਪਨੀਰੀ ਪੰਜਾਬੀ ਬੋਲਣ ਲਈ ਪਿੱਛੇ ਹੁੰਦੇ ਨੇ ਅੱਜ ਕੱਲ੍ਹ, ਇੰਗਲਿਸ਼ ਦਾ ਦੂਜੀਆਂ ਭਾਸ਼ਾਵਾਂ ਦਾ ਉਹਨਾਂ ਦਾ ਫੈਡ ਹੈਗਾ ਹੈ। ਇਸ ਚੀਜ਼ ਨੂੰ ਅਸੀਂ ਦੂਰ ਕਰਨ ਲਈ ਇਹ ਊੜਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਹ ਚੀਜ਼ ਨੂੰ ਅਸੀਂ ਨੋਟਿਸ ਕੀਤਾ ਮਹਾਰਾਸ਼ਟਰ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਹੈ ਕਿ ਬਿਲਕੁਲ ਪੰਜਾਬੀ ਬੋਲੀ ਹੀ ਨਹੀਂ ਜਾਂਦੀ, ਸਿਰਫ ਜਿਹੜੇ ਗ੍ਰੰਥੀ ਸਿੰਘ ਹੈਗੇ ਨੇ ਉਹ ਹੀ ਪੜ੍ਹਦੇ ਨੇ, ਬਾਕੀ ਮੇਜਰ ਸੰਗਤ ਜਿਹੜੀ ਹੈ ਉਹਨੂੰ ਨਹੀਂ ਆਉਂਦੀ ਸੀ। ਅਤੇ ਇਹਦੇ ਕਰਕੇ ਇਹ ਪ੍ਰੋਜੈਕਟ ਅਸੀਂ ਲਿੱਤਾ ਸੀ ਅਤੇ ਅਸੀਂ ਇਸ ਮਕਸਦ ਨੂੰ ਲੈ ਕੇ ਚੱਲੇ ਹਾਂ ਕਿ ਊੜਾ ਅਤੇ ਜੂੜਾ ਦੋਨਾਂ ਦੀ ਸਾਂਭ ਕਰੀਏ। ਜੇ ਊੜੇ ਨੂੰ ਸਾਂਭ ਲਈਏ, ਮਾਂ ਬੋਲੀ ਨੂੰ ਆਪਣੇ ਸਾਂਭ ਲਈਏ ਅਤੇ ਜੂੜੇ ਨੇ ਆਪੋ ਆਪ ਹੀ ਸਮਝ ਜਾਣਾ। ਜਿੰਨੀ ਨਈ ਪਨੀਰੀ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗਦੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਆਪਣੇ ਕੋਲ ਕਿੰਨਾ ਵੱਡਾ ਖਜ਼ਾਨਾ ਹੈ, ਉਸ ਦੇ ਅੰਦਰ ਕਿੰਨੇ ਹੀਰੇ ਜਵਾਹਰਾਤ ਹੈਗੇ ਨੇ, ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਨੌਲੇਜ ਹੀ ਹੈ ਨਹੀਂ ਗੁਰਮੁਖੀ ਦੇ ਬਾਰੇ। ਡਰਦੇ ਨੇ ਕਈ ਪੰਜਾਬੀ ਬੋਲਣ ਪਿੱਛੇ, ਕਈ ਸਾਡੇ ਮਿਸਟੇਕ ਹੋ ਜਾਏ, ਕੁਛ ਹੋ ਜਾਏ, ਅਤੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਇਹ ਦੂਰੀਆਂ ਆ ਗਈਆਂ ਨੇ ਆਪਣੀ ਮਾਂ ਬੋਲੀ ਤੋਂ, ਇਹਨੂੰ ਦੂਰ ਕਰਨ ਲਈ ਇਹ ਪ੍ਰੋਜੈਕਟ ਕੀਤਾ ਹੈ। ਆਓ ਗੁਰਮੁਖੀ ਪੜ੍ਹੀਏ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਦਰਸ਼ਨ ਕਰੀਏ। ਅਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਸਾਰੇ ਇਸ ਪ੍ਰੋਜੈਕਟ ਨੂੰ ਸਪੋਰਟ ਕਰੋ ਅਤੇ ਆਪਾਂ ਸਾਰੇ ਹੀ ਜਿੰਨੇ ਵੀ ਤੁਸੀਂ ਵਾਚ ਕਰ ਰਹੇ ਹੋ ਅਤੇ ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ ਅਤੇ ਪੰਜਾਬੀ ਸਿੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੋੜ ਹੈ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਅੱਜ ਦੀ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਤੇ ਆਪਣੇ ਵਿਰਸੇ ਦੀ ਨੀਂਹ ਹੋਰ ਮਜ਼ਬੂਤ ਕਰਨ ਦੀ। ਭਾਰਤ ਦੇ ਪਾਕਿਸਤਾਨ ਵਿਖੇ ਨਵ ਨਿਯੁਕਤ ਹਾਈ ਕਮਿਸ਼ਨਰ ਅਜੇ ਬਿਸਾਰੀਆ ਬੀਤੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਇਸਲਾਮਾਬਾਦ ਵਿਖੇ ਭਾਰਤੀ ਰਾਜਦੂਤ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਬਿਸਾਰੀਆ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਭਾਰਤ ਦੇ ਪਾਕਿਸਤਾਨ ਵਿੱਚ ਨਵ ਨਿਯੁਕਤ ਹਾਈ ਕਮਿਸ਼ਨਰ ਅਜੇ ਬਿਸਾਰੀਆ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ। ਉਹਨਾਂ ਇਸਲਾਮਾਬਾਦ ਵਿਖੇ ਭਾਰਤੀ ਰਾਜਦੂਤ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਅਜੇ ਬਿਸਾਰੀਆ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਹੋਰ ਵਧੀਆ ਕੰਮ ਕਰਨ ਲਈ ਊਰਜਾ ਮਿਲੀ ਹੈ। ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਪਾਕਿਸਤਾਨ ਦੋਨਾਂ ਮੁਲਕਾਂ ਦੇ ਰਿਸ਼ਤੇ ਹੋਰ ਬਿਹਤਰ ਹੋਣਗੇ ਤੇ ਡਿਪਲੋਮੈਟ ਪੱਧਰ ਤੇ ਸਬੰਧ ਹੋਰ ਵਧੀਆ ਬਣਾਉਣ ਲਈ ਹਾਲਾਤ ਪੈਦਾ ਕੀਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਅਜੇ ਬਿਸਾਰੀਆ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਤੇ ਧਾਰਮਿਕ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ। मुझे ये मौका मिला यहाँ आने का, हरमंदिर साहिब में मत्था टेकने का और मिलने का, तो आशीर्वाद मिला, बहुत अच्छा लगा। मेरे ख्याल से हमारे रिश्ते अब बेहतर होंगे और जो पहले रहे हैं उनसे बहुत बेहतर होंगे, इसकी संभावना है। और कोशिश हमारी यही है, हम सब जो डिप्लोमेट्स हैं कि कोशिश करें कि ये रिश्ते बेहतर हों और इस तरह की कंडीशंस हम पैदा करें कि रिश्ते बेटर हों। और बहुत अच्छा लग रहा है, यहाँ की एक ऊर्जा है, एक एनर्जी है जो हमको बहुत अच्छी लगती है और लग रहा है कि आशीर्वाद मिला है अपना काम मेहनत से करने का और अच्छी तरह करने का। ਤੇ ਹੁਣ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹਿਣਗੀਆਂ ਸਿੱਖ ਸਰਗਰਮੀਆਂ।
ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਅਤੇ ਪ੍ਰਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ 97ਵਾਂ ਸਥਾਪਨਾ ਦਿਵਸ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਬਹੁਤ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੂਬੇ ਭਰ ਤੋਂ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹੋਏ ਪੰਥਕ ਵਿਚਾਰਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਸ਼ਾਨਾਮਤੀ ਇਤਿਹਾਸ ਤੇ ਚਾਨਣਾ ਪਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦਾ 97ਵਾਂ ਸਥਾਪਨਾ ਦਿਵਸ 14 ਦਸੰਬਰ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਬਹੁਤ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਸਬੰਧ ਵਿੱਚ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਜ਼ਿਕਰਯੋਗ ਹੈ ਕਿ 14 ਦਸੰਬਰ 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕੀਤੀ ਗਈ ਸੀ ਤੇ ਪਾਰਟੀ ਦਾ 97ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਦੀ ਸ਼ੁਰੂਆਤ ਵੀ ਸਿੱਖਾਂ ਦੇ ਸਰਵੋੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਕੀਤੀ ਗਈ। ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਹੋਈਆਂ ਪੰਥਕ ਵਿਚਾਰਾਂ ਦੌਰਾਨ ਦੇਸ਼ ਦੀ ਸਭ ਤੋਂ ਪ੍ਰਮੁੱਖ ਖੇਤਰੀ ਪਾਰਟੀ ਤੇ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਦੇ ਸ਼ਾਨਾਮਤੀ ਇਤਿਹਾਸ, ਸੰਘਰਸ਼ ਤੇ ਕੁਰਬਾਨੀਆਂ ਤੇ ਚਾਨਣਾ ਪਾਇਆ। ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਅਕਾਲੀ ਵਰਕਰਾਂ ਦੀ ਇੱਕ ਵੱਡੀ ਇਕੱਤਰਤਾ ਦੌਰਾਨ ਆਪਣਾ 97ਵਾਂ ਸਥਾਪਨਾ ਦਿਵਸ ਮਨਾਉਂਦਿਆਂ ਜ਼ਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਕਾਂਗਰਸੀ ਜ਼ਿਆਦਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਵਾਲੰਟੀਅਰ ਟਾਸਕ ਫੋਰਸ ਬਣਾਉਣ ਦੀ ਤਾਕੀਦ ਕੀਤੀ। ਇਸ ਇਕੱਤਰਤਾ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਇੱਕ ਪਾਰਟੀ ਦਫ਼ਤਰ ਬਣਾਉਣ ਦਾ ਐਲਾਨ ਕੀਤਾ ਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਅਤੇ ਪਾਰਟੀ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਬੇਇਨਸਾਫੀ ਵਿਰੁੱਧ ਲੜਾਈ ਵਾਸਤੇ ਕੀਤਾ ਗਿਆ ਸੀ ਅਤੇ ਇਹ ਆਪਣਾ ਕੰਮ ਅੱਗੇ ਵੀ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਇੰਨਾ ਵੱਡਾ ਯੋਗਦਾਨ ਪਾਇਆ ਹੈ ਕਿ ਛਾਬਿਆਂ ਵਾਲੇ ਮੋਰਚੇ ਜਿਸ ਵਿੱਚ ਪਾਰਟੀ ਨੇ ਆਪਣੇ ਗੁਰੂ ਘਰਾਂ ਨੂੰ ਅੰਗਰੇਜ਼ਾਂ ਵੱਲੋਂ ਥਾਪੇ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ ਤੇ ਬਾਅਦ ਮਹਾਤਮਾ ਗਾਂਧੀ ਨੇ ਇਹ ਟਿੱਪਣੀ ਕੀਤੀ ਸੀ ਕਿ ਆਜ਼ਾਦੀ ਦੀ ਲੜਾਈ ਅੱਧੀ ਜਿੱਤੀ ਜਾ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਾਰਟੀ ਨੂੰ ਪੰਜਾਬੀ ਸੂਬੇ ਦੀ ਮੰਗ ਸਮੇਤ ਆਪਣੇ ਅਧਿਕਾਰਾਂ ਲਈ ਦੁਬਾਰਾ ਲੜਾਈ ਲੜਨੀ ਪਈ ਸੀ। ਉਹਨਾਂ ਕਿਹਾ ਕਿ ਪਾਰਟੀ ਨੇ ਪੰਜਾਬੀ ਸੂਬੇ ਦਾ ਟੀਚਾ ਤਾਂ ਹਾਸਲ ਕਰ ਲਿਆ ਸੀ ਪਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਇਸ ਨੂੰ ਨਹੀਂ ਦਿੱਤੀ ਗਈ। ਉਹਨਾਂ ਕਿਹਾ ਇੰਦਰਾ ਗਾਂਧੀ ਵੱਲੋਂ ਸੱਤਾ ਦੀ ਪੇਸ਼ਕਸ਼ ਦਾ ਸੁਨੇਹਾ ਮਿਲਣ ਦੇ ਬਾਵਜੂਦ ਅਕਾਲੀ ਦਲ ਐਮਰਜੈਂਸੀ ਦੀਆਂ ਜ਼ਿਆਦਤੀਆਂ ਖਿਲਾਫ ਮੈਦਾਨ ਵਿੱਚ ਕੁੱਦਿਆ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਨਿੱਜੀ ਆਜ਼ਾਦੀ ਅਤੇ ਸੁਤੰਤਰਤਾ ਦੀ ਰਾਖੀ ਕਰਦੇ ਰਹੇ ਹਾਂ ਅਤੇ ਅੱਗੋਂ ਵੀ ਕਰਦੇ ਰਹਾਂਗੇ। ਅੱਜ ਦਾ ਦਿਨ ਸਿਰਫ ਪੰਥ ਵਾਸਤੇ ਨਹੀਂ, ਸਾਰੇ ਪੰਜਾਬ ਵਾਸਤੇ, ਸਾਰੇ ਦੇਸ਼ ਵਾਸਤੇ ਔਰ ਮੈਂ ਕਹਿੰਦਾ ਕਿ ਸਾਰੇ ਸੰਸਾਰ ਵਾਸਤੇ ਬੜਾ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਤੋਂ 97 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਇੱਥੇ ਹੋਈ ਸੀ। ਤਾਂ ਅੱਜ ਉਹ ਦਿਨ ਮਨਾ ਰਹੇ ਹਾਂ ਔਰ ਜੋ ਅਸੂਲ ਜ਼ਬਰ ਜ਼ੁਲਮ ਬੇਇਨਸਾਫੀ ਦੇ ਖਿਲਾਫ ਲੜਨਾ, ਸੈਕੂਲਰਿਜ਼ਮ, ਸੋਸ਼ਲਿਜ਼ਮ, ਇਹ ਬਹੁਤ ਵੱਡੇ ਅਸੂਲ ਅਕਾਲੀ ਦਲ ਦੇ ਸਨ ਔਰ ਅਕਾਲੀ ਦਲ ਉਹਨਾਂ ਅਸੂਲਾਂ 'ਤੇ ਚੱਲਦਾ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਦੱਸੇ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਅੱਜ ਤੋਂ ਇੱਥੋਂ ਆਸ਼ੀਰਵਾਦ ਲੈ ਕੇ ਫਿਰ ਅਸੀਂ ਉਸ ਤਰ੍ਹਾਂ ਹੀ ਲੜਾਈਆਂ ਲੜਨੀਆਂ। ਬਸ ਜਿਸ ਮੰਤਵ ਦੇ ਨਾਲ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ, ਅੱਜ ਕਿੰਨੀ ਕੁ ਪੂਰਤੀ ਤੋਂ ਨਜ਼ਰ ਆ ਰਹੀ ਉਸ ਮੰਤਵ ਦੀ ਤੇ ਕਿੱਥੇ ਖੜਾ ਪਾਉਂਦੇ ਪਾਰਟੀ? ਨਹੀਂ, ਪੂਰਾ ਜ਼ੋਰ ਨਾਲ ਲੱਗੇ ਜੀ, ਉਹ ਤਾਂ ਕੋਈ ਇਹੀ ਗੱਲ ਨਹੀਂ। ਪਰ ਹੁਣ ਫਿਰ ਜਿਵੇਂ ਅੱਜ ਦਾ ਜਿਹੜਾ ਜਨਮ ਦਿਨ ਮਨਾਇਆ ਇਹਦੇ ਨਾਲ ਹੋਰ ਜੋਸ਼ ਨਾਲ ਅੱਗੇ ਵਧਾ। ਨੌਜਵਾਨ ਪੀੜ੍ਹੀ ਪਾਰਟੀ ਦੀ ਕੁਰਬਾਨੀਆਂ ਤੋਂ ਜਾਣੂ ਨਹੀਂ ਹੈ, ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਦੇਖੋ, ਨੌਜਵਾਨ ਪੀੜ੍ਹੀ ਅੱਜ ਕੱਲ੍ਹ ਬੜੀ ਸਿਆਣੀ ਹੈ, ਸਭ ਚੀਜ਼ ਜਾਣਦੇ ਹੈ
ਔਰ ਉਹਨਾਂ ਨੂੰ ਇਤਿਹਾਸ ਸ਼੍ਰੋਮਣੀ ਕਮੇਟੀ ਨੂੰ ਔਰ ਅਕਾਲੀ ਦਲ ਨੂੰ ਅਸੀਂ ਦੁਬਾਰਾ ਕਹਾਂਗੇ ਕਿ ਸਾਰਾ ਇਤਿਹਾਸ ਜਿਹੜਾ ਹੈ ਇਸ ਬੱਚਿਆਂ ਦੇ ਜ਼ਿਹਨ ਵਿੱਚ ਰਹੇ। ਇਸ ਮੌਕੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਸੂਬੇ ਦੀ ਰਾਜਧਾਨੀ ਪੰਜਾਬੀ ਬੋਲਦੇ ਇਲਾਕਿਆਂ ਅਤੇ ਦਰਿਆਈ ਪਾਣੀਆਂ ਲਈ ਲੜਾਈ ਲੜੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ। ਉਹਨਾਂ ਕਿਹਾ ਕਿ ਮੈਂ ਕਿਸੇ ਵੀ ਅੰਦੋਲਨ ਦੀ ਸਭ ਤੋਂ ਅੱਗੇ ਹੋ ਕੇ ਅਗਵਾਈ ਕਰਨ ਲਈ ਵਚਨਬੱਧ ਹਾਂ ਅਤੇ ਕਿਸੇ ਇੱਕ ਵੀ ਅਕਾਲੀ ਵਰਕਰ ਖਿਲਾਫ ਧੱਕੇਸ਼ਾਹੀ ਨਹੀਂ ਹੋਣ ਦੇਵਾਂਗਾ। ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਭਾਰਤੀਆਂ ਦੁਆਰਾ ਸਥਾਪਿਤ ਕੀਤੀ ਗਈ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਹਨਾਂ ਨੇ 16 ਸਾਲ ਜੇਲ੍ਹ ਵਿੱਚ ਗੁਜ਼ਾਰੇ ਸਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ 19 ਸਾਲ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਦਾ ਵੀ ਮਾਣ ਹਾਸਿਲ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿਹੜਾ ਤੁਸੀਂ ਵਿਕਾਸ ਦੇਖਦੇ ਹੋ, ਹਵਾਈ ਅੱਡੇ, ਥੀਮ ਡੈਮ, ਥਰਮਲ ਪਲਾਂਟ ਜਾਂ ਚਹੁ ਮਾਰਗੀ ਸੜਕਾਂ ਵਿੱਚ ਸਾਰੇ ਕੰਮ ਬਾਦਲ ਸਾਹਿਬ ਦੇ ਕਾਰਜਕਾਲ ਦੌਰਾਨ ਹੋਏ ਹਨ। ਬਾਦਲ ਸਾਹਿਬ ਨੇ ਹੀ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਆਟਾ ਦਾਲ ਸਕੀਮ ਸ਼ੁਰੂ ਕੀਤੀਆਂ ਸਨ। ਇਸ ਦੇ ਉਲਟ ਕਾਂਗਰਸ ਕਿਸੇ ਇੱਕ ਵੀ ਪ੍ਰਾਪਤੀ ਦਾ ਜਾਂ ਕੋਈ ਸਮਾਜ ਭਲਾਈ ਸਕੀਮ ਸ਼ੁਰੂ ਕਰਨ ਦਾ ਦਾਅਵਾ ਨਹੀਂ ਕਰ ਸਕਦੀ। ਦੇਸ਼ ਦੀ ਪ੍ਰਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ 97ਵਾਂ ਸਥਾਪਨਾ ਦਿਵਸ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਔਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਬਾਦਲ ਸਾਹਿਬ, 97 ਸਾਲ ਦਾ ਬੜਾ ਸੰਘਰਸ਼ ਭਰਿਆ ਸਫ਼ਰ ਹੈ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਮੈਂ ਸਾਰੀ ਸਿੱਖ ਸੰਗਤਾਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਅੱਜ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਜਦ ਜਨਮ ਦਿਨ ਹੈ, ਉਹਨਾਂ ਦੀ ਲੱਖ ਲੱਖ ਵਧਾਈ ਸਾਰੇ ਤਰਫੋਂ ਅਸੀਂ ਦੇਣਾ ਚਾਹੁੰਦੇ ਹਾਂ। ਦੂਜੀ ਗੱਲ, 97 ਸਾਲ ਹੋ ਗਏ ਅਕਾਲੀ ਦਲ ਦੇ ਜਨਮ ਨੂੰ। ਹਿੰਦੁਸਤਾਨ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। ਇਸ ਪਾਰਟੀ ਦਾ ਇਤਿਹਾਸ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦਾ ਤੇ ਬਾਅਦ ਦਾ ਬੜਾ ਸੰਘਰਸ਼ਮਈ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਕੀਤੀ ਹੈ। ਦੇਸ਼ ਦੀ ਆਜ਼ਾਦੀ ਦੇ ਬਾਅਦ ਵੀ ਕੋਈ ਵੀ ਕਿਤੇ ਵੀ ਜ਼ੁਲਮ ਹੋਇਆ, ਡੈਮੋਕ੍ਰੈਟਿਕ ਰਾਈਟਸ ਖਤਮ ਕੀਤੇ ਗਏ, ਕਿਸਾਨ, ਮਜ਼ਦੂਰ, ਵਪਾਰੀ ਨੂੰ, ਗਰੀਬ ਨੂੰ ਕੋਈ ਮੁਸ਼ਕਿਲ ਆਈ, ਅਕਾਲੀ ਦਲ ਨੇ ਸੰਘਰਸ਼ ਕੀਤਾ, ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ। ਸੋ 97 ਸਾਲ ਪੁਰਾਣਾ ਸਫ਼ਰ ਮੈਨੂੰ ਲੱਗਦਾ ਕਿਸੇ ਵੀ ਹੋਰ ਦੁਨੀਆ 'ਚ ਅਜਿਹੀ ਪਾਰਟੀ ਨਹੀਂ ਜਿਹਦਾ ਸੰਘਰਸ਼ਮਈ ਸਫ਼ਰ ਹੈ। ਸੋ ਅੱਜ ਦੇ ਸ਼ੁਭ ਦਿਹਾੜੇ 'ਤੇ ਮੈਂ ਸਾਰੇ ਵਰਕਰਾਂ ਨੂੰ, ਸਾਰੀ ਪੰਥਕ ਜਥੇਬੰਦੀਆਂ ਨੂੰ, ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਹੈ ਕਿ ਤੁਹਾਡੀ ਪਾਰਟੀ ਦਾ ਅੱਜ 97 ਸਾਲ ਦਾ ਜਨਮ ਦਿਨ ਹੈ। ਬਾਦਲ ਸਾਹਿਬ, ਪਾਰਟੀ ਵੱਲੋਂ ਬੜੇ ਵੱਡੇ ਮੋਰਚੇ ਲਾਏ ਗਏ, ਜੇਲ੍ਹਾਂ ਕੱਟੀਆਂ ਗਈਆਂ, ਕੁਰਬਾਨੀ ਦਿੱਤੀ ਗਈ, ਪਰ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਭਵਿੱਖ ਦੀ ਪੀੜ੍ਹੀ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕੋਈ ਖਾਸ ਸਕੀਮ ਜਿਹੜੀ ਹੈ? ਅਸੀਂ ਹੁਣ ਅਗਲੇ 3 ਸਾਲ ਲਗਾਤਾਰ ਸੈਲੀਬ੍ਰੇਸ਼ਨ ਸਾਡੀ ਚੱਲਦੀ ਰਹਿਣਗੀਆਂ 100 ਸਾਲ ਤੱਕ। ਜਦੋਂ 3 ਸਾਲ ਬਾਅਦ 100 ਸਾਲ ਅਕਾਲੀ ਦਲ ਜਨਮ ਦਿਨ ਹੋਣਗੇ, ਆ 3 ਸਾਲ ਦਾ ਲਗਾਤਾਰ ਪ੍ਰਚਾਰ ਚੱਲੂਗਾ ਅਕਾਲੀ ਦਲ ਦੇ ਇਤਿਹਾਸ ਬਾਰੇ, ਕਿਵੇਂ ਕੁਰਬਾਨੀਆਂ ਬਾਰੇ, ਕਿਵੇਂ ਸਾਡੇ ਬਜ਼ੁਰਗਾਂ ਨੇ, ਕਿਵੇਂ ਪੰਜਾਬੀਆਂ ਦੇ ਬਜ਼ੁਰਗਾਂ ਨੇ, ਕਿਵੇਂ ਜਥੇਦਾਰਾਂ ਦੇ ਬਜ਼ੁਰਗਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ, ਕਿਵੇਂ ਉਹਨਾਂ ਨੇ ਆਪਣੀ ਸ਼ਹਾਦਤਾਂ ਦਿੱਤੀਆਂ, ਕਿਵੇਂ ਹੱਕਾਂ ਦੀ ਲੜਾਈ ਲੜੀ, ਸਾਰਾ ਇਤਿਹਾਸ ਅਸੀਂ ਜਾਣੂ ਕਰਾਵਾਂਗੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 25B ਵਿੱਚ ਸੋਧ ਕੀਤੇ ਜਾਣ ਦੀ ਲੋੜ ਹੈ, ਜੋ ਕਿ ਸਿੱਖਾਂ ਨੂੰ ਹਿੰਦੂ ਭਾਈਚਾਰੇ ਦੇ ਅੰਗ ਵਜੋਂ ਮਾਨਤਾ ਦਿੰਦਾ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਅਕਾਲੀ ਦਲ ਦੀ ਦਿੱਲੀ ਇਕਾਈ ਨੂੰ ਪਾਰਟੀ ਨੇ 98ਵਾਂ ਸਥਾਪਨਾ ਦਿਵਸ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਬਲਵਿੰਦਰ ਸਿੰਘ ਪੁੰਦੜ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਅਤ ਲਈ ਕੀਤੀਆਂ ਸੇਵਾਵਾਂ ਦੀ ਸਰਾਹਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦ੍ਰਿਸ਼ਟੀ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਦੁਆਲੇ ਗਲਿਆਰੇ ਦਾ ਸੁੰਦਰੀਕਰਨ ਕਰਵਾ ਕੇ ਇਸ ਪਵਿੱਤਰ ਥਾਂ ਨੂੰ ਹੋਰ ਰਮਣੀਕ ਬਣਾ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਇਸ ਮੌਕੇ ਸੰਗਤਾਂ ਦੇ ਰੂਬਰੂ ਹੋਏ। ਇਸ ਤੋਂ ਇਲਾਵਾ ਇਕੱਤਰਤਾ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ, ਸੁਰਜੀਤ ਸਿੰਘ ਰਖੜਾ, ਸੇਵਾ ਮੁਕਤ ਜਨਰਲ ਜੇ ਸਿੰਘ, ਮਹੇਸ਼ਿੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ ਅਤੇ ਅਵਤਾਰ ਸਿੰਘ ਹਿੱਤ ਸ਼ਾਮਿਲ ਸਨ। ਸਿੱਖ ਸਰਗਰਮੀਆਂ ਵਿੱਚ ਸਾਡੀ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਹਫ਼ਤੇ ਦੀਆਂ ਪੰਥਕ ਸਰਗਰਮੀਆਂ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@ptcnetwork.tv। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ।
तद तक ਲਈ ਦਿਓ इजाजत। वाहिगुरू जी का खालसा, वाहिगुरू जी की फतेह।